गुड मॉर्निंग स्टूडेंट्स। अज आप करना है एम्स ऑफ यूरोपियन यूनीयन एंड देयर इंप्लीमेशन। तो यूरोपी जोड़ा संघ है उसका की उसके उद्देश्य ने तो उसकी कार्यशीलता। तो इसके जोड़े मेन एम ने वो है यूरोप में वंडण वाले विवादों को हमेशा खत्म करना। तो ये जिहड़ी यूनीयन है वो एक आर्थिक स्थिति को मजबूत करने के लिए होंद विच आई सी। तो इसका मुख्य जिहड़ा मकसद होगा वो आर्थिक जिहड़ा विकास है उसनूं वधाउणा है। तो इस दे विच जिहड़ा मेन मुद्दा है कि खेती नूं उत्साहित किया जाए ताकि जिहड़े किसान ने वो अपनी आमदन दे विच काफ़ी जिहड़ा वाधा है वो कर सकन। तो इस तरह नाल दी नाल उद्योगीकरण नूं भी बढ़ावा जिहड़ा इस विच दित्ता गया है। तो मैंबर राज्यां विचों कोई भी मैंबर राज इस प्रकार दीयां नीतियां नहीं बनाएगा तो ना ही अजिहा आचरण करेगा जिस नाल किसी विशेष उद्योग नूं जिहड़ियां सहूलतां ने वो मुहैया कराईयां जाणगीआं। तो मजदूरां दी जिहड़ी रखिया है उस कीती जाऊगी ਤੇ ਨਾਲ ਦੀ ਨਾਲ ਅਜਿਹੇ ਜਿਹੜੇ ਸਿਧਾਂਤ ਹੋਣਗੇ ਜਿਸ ਦੇ ਵਿੱਚ ਸਾਰੇ ਲੋਕਾਂ ਨੂੰ ਸਮਾਨ ਆਰਥਿਕ ਸਮਾਨਤਾ ਜਿਹੜੀ ਉਹ ਦਿੱਤੀ ਜਾਵੇਗੀ। ਤਾਂ ਸੰਘ ਦੇ ਸਾਰੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਣਾ, ਸਾਰਿਆਂ ਨੂੰ ਰੁਜ਼ਗਾਰ ਦੇ ਮੌਕੇ ਪ੍ਰੋਵਾਈਡ ਕਰਵਾਉਣੇ, ਵਿਦੇਸ਼ੀ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨਾ ਤਾਂ ਕਿ ਯੂਰਪ ਵਿੱਚ ਵੱਧ ਤੋਂ ਵੱਧ ਮੁਦਰਾ ਆ ਸਕੇ ਅਤੇ ਯੂਰਪੀ ਦੇਸ਼ਾਂ ਵਿੱਚ ਮੁਦਰਾ ਸਫੀਤੀ ਦੇ ਵੱਧਦੇ ਘਾਟੇ ਦਰ ਘੱਟ ਹੋ ਸਕੇ। ਇਸ ਲਈ ਸਾਂਝੀ ਮੁਦਰਾ ਦਾ ਪ੍ਰਚਲਨ ਕਰਨਾ। ਤੇ ਯੂਰਪੀ ਸੰਘ ਦਾ ਜਿਹੜਾ ਮੁੱਖ ਉਦੇਸ਼ ਕੀ ਆਪਾਂ ਕੀਤਾ ਸੀਗਾ ਨਾ ਰਾਜਨੀਤਿਕ ਏਕੀਕਰਨ ਕਿ ਸਾਰੇ ਜਿਹੜੇ ਰਾਸ਼ਟਰ ਨੇ ਇਕੱਠੇ ਹੋ ਕੇ ਆਪਣਾ ਵਿਕਾਸ ਕਰ ਸਕਣ। ਤਾਂ ਅੱਗੇ ਆਪਾਂ ਕਰਨਾ ਹੈ ਯੂਰਪੀਅਨ ਸੰਘ ਦੀ ਮੈਂਬਰਸ਼ਿਪ ਆਫ ਯੂਰਪੀਅਨ ਯੂਨੀਅਨ। ਤਾਂ ਅਜੋਕੇ ਸਮੇਂ ਇਸ ਦੇ 28 ਜਿਹੜੇ ਮੈਂਬਰ ਨੇ। ਤਾਂ ਜਦੋਂ ਯੂਰਪੀਅਨ ਸੰਸਥਾਵਾਂ ਦੀ ਸਥਾਪਨਾ ਦੀ ਪ੍ਰਕਿਰਿਆ ਆਰੰਭ ਹੋਈ ਸੀ ਤਾਂ ਉਸ ਸਮੇਂ ਯੂਰਪੀਅਨ ਆਰਥਿਕ ਸੰਮਤੀ ਦੇ 6 ਮੈਂਬਰ ਸੀ। ਪਰ ਅਜੋਕੇ ਸਮੇਂ ਇਸ ਦੇ ਵਿੱਚ ਜਿਹੜੇ 28 ਮੈਂਬਰ ਨੇ। ਤਾਂ ਇਹ ਜਿਹੜਾ ਸੰਘ ਹੈ ਉਹ 1991 ਦੇ ਵਿੱਚ ਮੈਸਟ ਜਿਹੜਾ ਰੀਟ੍ਰੀਟ ਸੰਧੀ ਹੋਈ ਸੀ। ਤਾਂ ਇਹ ਸੰਧੀ ਦੇ ਮਤਲਬ ਕਿ ਜਿਹੜਾ ਇਹ ਲਾਗੂ ਹੋਇਆ ਉਹ 1993 ਦੇ ਵਿੱਚ ਹੋਈ। ਤਾਂ ਅਜੋਕੇ ਸਮੇਂ ਇਸ ਦੇ ਵਿੱਚੋਂ ਜਿਹੜਾ ਬਰਤਾਨੀਆ ਜਿਹੜਾ ਰਾਸ਼ਟਰ ਹੈ ਉਹ ਕੱਢ ਦਿੱਤਾ ਗਿਆ ਹੈ। ਤਾਂ ਇਸ ਤਰ੍ਹਾਂ ਇਸ ਦੇ ਮੈਂਬਰਾਂ ਦੀ ਗਿਣਤੀ 27 ਹੈ ਜਿਹੜੀ ਉਸ ਨੂੰ ਕੱਢ ਕੇ ਰਹਿ ਜਾਏਗੀ। ਤਾਂ ਇਸ ਦੇ ਮੈਂਬਰ ਬਣਨ ਦੇ ਜਿਹੜੇ ਕੁਝ ਸਿਧਾਂਤ ਨੇ, ਸ਼ਾਸਨ ਪ੍ਰਣਾਲੀ ਲੋਕਤੰਤਰੀ ਸਰੂਪ ਦੀ ਹੋਵੇ, ਮਨੁੱਖੀ ਅਧਿਕਾਰਾਂ ਦੇ ਗੌਰਵ ਨੂੰ ਕਾਇਮ ਰੱਖਿਆ ਜਾਵੇ, ਦੇਸ਼ ਦੇ ਵਿੱਚ ਵਿਸ਼ਵੀਕਰਨ, ਉਦਾਰੀਕਰਨ, ਨਿੱਜੀਕਰਨ ਅਤੇ ਖੁੱਲ੍ਹੀ ਆਰਥਿਕ ਮੰਡੀ ਦਾ ਸਮਰਥਕ ਹੋਵੇ ਅਤੇ ਉਹ ਦੇਸ਼ ਹੀ ਯੂਰਪੀਅਨ ਸੰਘ ਦੇ ਦੁਆਰਾ ਮੈਂਬਰ ਦੇਸ਼ਾਂ ਲਈ ਨਿਸ਼ਚਿਤ ਕੀਤੀਆਂ ਜ਼ਿੰਮੇਵਾਰੀਆਂ ਨੂੰ ਪੂਰੀਆਂ ਕਰਦੇ ਹੋਣ। ਤਾਂ ਇਸ ਤਰ੍ਹਾਂ ਹਰੇਕ ਦੇਸ਼ ਨੂੰ ਇਸ ਸੰਘ ਦੀ ਮੈਂਬਰੀ ਤਾਂ ਹੀ ਮਿਲ ਸਕੂਗੀ ਜੇਕਰ ਕੋਈ ਵੀ ਮੌਜੂਦਾ ਮੈਂਬਰ ਦੇਸ਼ ਨਵੇਂ ਦੇਸ਼ ਦੀ ਮੈਂਬਰੀ ਸੰਬੰਧੀ ਕੋਈ ਜਿਹੜਾ ਇਤਰਾਜ਼ ਹੈ ਉਹ ਨਾ ਕਰੇ। ਤਾਂ ਇਸ ਤਰ੍ਹਾਂ ਬਰਤਾਨੀਆ ਨੇ ਯੂਰਪੀਅਨ ਸੰਘ ਵਿੱਚੋਂ ਬਾਹਰ ਚਲੇ ਜਾਣਾ ਸੀ। ਪਰ ਅੱਜ ਤੱਕ ਜਨਵਰੀ ਕਿ ਯੂਕੇ ਇਸ ਸੰਸਥਾ ਦਾ ਮੈਂਬਰ ਹੈ ਜਿਹੜਾ ਉਹ ਚੱਲਿਆ ਆ ਰਿਹਾ ਹੈ। ਤਾਂ ਅੱਗੇ ਆਪਾਂ ਕਰਦੇ ਆਂਗੇ ਇਸ ਦੀਆਂ ਜਿਹੜੀਆਂ ਵੇਰੀਅਸ ਇੰਸਟੀਟਿਊਸ਼ਨਸ ਆਫ ਆਰਗਨਸ ਆਫ ਦਾ ਯੂਰਪੀਅਨ ਯੂਨੀਅਨ। ਤਾਂ ਇਸ ਦੀਆਂ ਜਿਹੜੇ 5 ਮੁੱਖ ਜਿਹੜੇ ਇਹ ਆਰਗਨਸ ਨੇ। ਤਾਂ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਯੂਰਪੀ ਸੰਸਦ। ਤਾਂ ਯੂਰਪੀ ਸੰਘ ਯੂਰਪੀਅਨ ਮਹਾਂਦੀਪ ਦਾ ਆਰਥਿਕ ਪੱਧਰ 'ਤੇ ਆਧਾਰ 'ਤੇ ਗਠਿਤ ਇੱਕ ਮਹੱਤਵਪੂਰਨ ਸੰਗਠਨ ਹੈ। ਇਹ ਯੂਰਪ ਦੀ ਪ੍ਰਭੁੱਤਾ ਸੰਪੰਨ ਰਾਜਾਂ ਦਾ ਸਮੂਹ ਹੈ ਜਿਸ ਦੀ ਆਪਣੀ ਇੱਕ ਸੰਸਦ ਹੈ। ਦੱਖਣ ਫਰਾਂਸ ਦੇ ਜਿਹੜਾ ਸ਼ਹਿਰ ਨਾਈਸ ਦੇ ਵਿੱਚ ਦਸੰਬਰ 2000 ਨੂੰ ਆਯੋਜਿਤ ਯੂਰਪੀ ਸੰਘ ਦੇ ਸੰਮੇਲਨ ਅਤੇ ਇਸ ਦੀ ਭਵਿੱਖ ਵਿਚਲੀ ਵਿਵਸਥਾ ਜਿਸ ਦੀਆਂ ਵੱਧ ਤੋਂ ਵੱਧ ਜਿਹੜੀਆਂ 750 ਸੀਟਾਂ ਹੋਣਗੀਆਂ। ਤਾਂ ਇਸ ਤਰ੍ਹਾਂ ਇਹ ਸੰਸਦ ਦਾ ਕਾਰਜਕਾਲ ਹੋਊਗਾ ਜਿਹੜਾ ਉਹ 5 ਸਾਲ ਦਾ ਹੋਊਗਾ। ਤਾਂ ਇਸ ਤਰ੍ਹਾਂ ਵਰਤਮਾਨ ਸਮੇਂ ਇਸ ਦੇ ਜਿਹੜੇ ਮੈਂਬਰ ਨੇ ਉਹ 626 ਮੈਂਬਰ ਨੇ। ਯੂਰਪੀ ਸੰਸਦ ਦੇ ਮੈਂਬਰਾਂ ਦੀ ਜਿਹੜੀ ਚੋਣ ਹੁੰਦੀ ਹੈ ਉਸ ਸਮੇਂ 37 ਕਰੋੜ ਜਿਹੜੇ ਵੋਟਰ ਨੇ ਉਹ ਕਰਦੇ ਨੇ। ਤਾਂ ਇਸ ਸੰਸਦ ਦੇ ਜਿਹੜੇ ਮੁੱਖ ਕੰਮ ਨੇ ਸੰਘ ਦੀਆਂ ਨੀਤੀਆਂ ਨਿਰਧਾਰਨ ਦੇ ਵਿੱਚ ਭੂਮਿਕਾ ਨਿਭਾਉਣੀ, ਯੂਰਪੀ ਆਯੋਗ ਦੀ ਨੀਤੀ ਦਾ ਸਮਰਥਨ ਕਰਨਾ,
ਯੂਰਪ ਆਯੋਗ ਦੇ ਪ੍ਰੋਗਰਾਮਾਂ ਨੂੰ ਅੰਤਿਮ ਮਨਜ਼ੂਰੀ ਪ੍ਰਦਾਨ ਕਰਨੀ, ਅੰਤਰਰਾਸ਼ਟਰੀ ਸਮਝੌਤਿਆਂ, ਨਵੇਂ ਮੈਂਬਰ ਦੇਸ਼ਾਂ ਦੇ ਦਾਖਲੇ, ਸੰਸਦ ਦੀ ਚੋਣ ਦੀ ਇੱਕੋ ਜਿਹੀ ਪ੍ਰਕਿਰਿਆ ਦਾ ਨਿਰਧਾਰਨ ਕਰਨਾ, ਸੰਸਦ ਦਾ ਜਿਹੜਾ ਵਿਸ਼ੇਸ਼ ਜਿਹੜਾ ਬਜਟ ਹੈ ਉਹ ਪੇਸ਼ ਕਰਨਾ। ਤਾਂ ਇਸ ਤਰ੍ਹਾਂ ਇਸ ਦੀ ਜਿਹੜੀ ਕਾਰਜ ਪ੍ਰਣਾਲੀ ਹੈ, ਯੂਰਪੀ ਸੰਘ ਦੀ ਸੰਸਦ ਕੇਵਲ ਇੱਕ ਵਿਚਾਰ ਵਟਾਂਦਰੇ ਦਾ ਮੰਚ ਹੈ। ਇਹ ਯੂਰਪ ਦੀ ਏਕਤਾ ਦਾ ਪ੍ਰਤੀਕ ਹੈ, ਜਿਸ ਦੇ ਵਿੱਚ ਅਲੱਗ-ਅਲੱਗ ਰਾਜਾਂ ਦੇ ਅਲੱਗ-ਅਲੱਗ ਰਾਸ਼ਟਰਾਂ ਦੇ ਜਿਹੜੇ ਮੈਂਬਰ ਨੇ ਉਹ ਹਿੱਸਾ ਲੈਂਦੇ ਨੇ। ਤਾਂ ਸੰਸਦ ਦੇ ਸਾਰੇ ਮੈਂਬਰਾਂ ਦੀ ਆਪਣੇ ਦੇਸ਼ ਦੇ ਪ੍ਰਤੀ ਜਿਹੜਾ ਸਤਿਕਾਰ ਦੀ ਭਾਵਨਾ ਹੈ ਉਹ ਬਣੀ ਹੋਈ ਹੁੰਦੀ ਹੈ। ਤਾਂ ਅਕਸਰ ਇੱਕ ਹੀ ਦਲ ਦੇ ਵੱਖ-ਵੱਖ ਦੇਸ਼ਾਂ ਦੇ ਸੰਸਦ ਦੇ ਮੈਂਬਰਾਂ ਦੇ ਵਿੱਚ ਜਿਹੜੀ ਬਹਿਸ ਹੈ ਉਹ ਹੁੰਦੀ ਰਹਿੰਦੀ ਆ। ਤਾਂ ਨੈਕਸਟ ਕਰਨਾ ਆਪਾਂ ਨੇ ਯੂਰਪੀਅਨ ਕੌਂਸਲ। ਤਾਂ ਇਹ ਦੂਜੀ ਮਹੱਤਵਪੂਰਨ ਜਿਹੜੀ ਮਤਲਬ ਕਿ ਇਸ ਦਾ ਇੱਕ ਅੰਗ ਹੈ। ਇਸ ਨੂੰ ਯੂਰਪ ਦੀ ਕਾਰਜਪਾਲਿਕਾ ਵੀ ਕਿਹਾ ਜਾਂਦਾ ਹੈ। ਇਸ ਦੀ ਸਥਾਪਨਾ 1974 ਦੇ ਵਿੱਚ ਹੋਈ ਸੀ। ਤਾਂ ਇਸ ਦਾ ਜਿਹੜਾ ਪ੍ਰਧਾਨ ਹੁੰਦਾ ਉਹ ਯੂਰਪੀਅਨ ਆਯੋਗ ਦਾ ਪ੍ਰਧਾਨ ਇਸ ਵਿੱਚ ਸ਼ਾਮਲ ਹੁੰਦਾ ਹੈ। ਤਾਂ ਉਸ ਦੀ ਮੈਂਬਰਸ਼ਿਪ ਲਈ ਸਾਰੇ ਰਾਸ਼ਟਰਾਂ ਦੇ ਵਿਦੇਸ਼ ਮੰਤਰੀ ਹੁੰਦੇ ਹਨ। ਹਰੇਕ ਮੈਂਬਰ ਰਾਸ਼ਟਰ ਦਾ ਪ੍ਰਧਾਨ ਕ੍ਰਮਵਾਰ 6-6 ਮਹੀਨੇ ਪ੍ਰੀਸ਼ਦ ਦਾ ਪ੍ਰਧਾਨ ਬਣਦਾ ਹੈ। ਤਾਂ ਪ੍ਰੀਸ਼ਦ ਦੀਆਂ ਹਰ ਸਾਲ 2 ਬੈਠਕਾਂ ਹੁੰਦੀਆਂ ਨੇ, ਭਾਵ ਹਰ 6 ਮਹੀਨੇ ਬਾਅਦ ਬੈਠਕ ਹੁੰਦੀ ਹੈ। ਅਤੇ ਇਸ ਦਾ ਜਿਹੜਾ ਮੁੱਖ ਹੈੱਡਕੁਆਟਰ ਉਹ ਬੈਲਜੀਅਮ ਦੀ ਰਾਜਧਾਨੀ ਬ੍ਰੇਸਲਸ ਦੇ ਵਿੱਚ ਹੈ। ਤਾਂ ਇਸ ਦੇ ਜਿਹੜੇ ਕੰਮ ਨੇ ਆਰਥਿਕ ਤਾਲਮੇਲ ਪੈਦਾ ਕਰਨਾ, ਮੈਂਬਰ ਦੇਸ਼ਾਂ ਦੇ ਸਾਂਝੇ ਕੰਮਾਂ ਜਾਂ ਇੱਕੋ ਜਿਹੇ ਫੈਸਲਿਆਂ ਨੂੰ ਪ੍ਰਭਾਵਿਤ ਕਰਨਾ, ਪ੍ਰੀਸ਼ਦ ਨਿਆਂ ਅਤੇ ਅੰਦਰੂਨੀ ਮਾਮਲਿਆਂ ਨੂੰ ਸਾਂਝੇ ਕੰਮਾਂ ਦੇ ਮਾਧਿਅਮ ਨਾਲ ਕੰਮ ਕਰਨਾ, ਅਤੇ ਪ੍ਰੀਸ਼ਦ ਉਹਨਾਂ ਫੈਸਲਿਆਂ ਦੁਆਰਾ ਕੰਮ ਕਰ ਜਿਨ੍ਹਾਂ ਦੀ ਸਿਫਾਰਿਸ਼ ਉਹ ਮੈਂਬਰ ਰਾਜਾਂ ਤੋਂ ਕਰਦੀ ਹੈ। ਨੈਕਸਟ ਹੈ ਯੂਰਪੀਅਨ ਕਮਿਸ਼ਨ। ਤਾਂ ਇਹ ਵੀ ਇੱਕ ਮਹੱਤਵਪੂਰਨ ਜਿਹੜਾ ਤੀਜਾ ਅੰਗ ਹੈ। ਇਸ ਦੇ ਮੈਂਬਰਾਂ ਦੀ ਗਿਣਤੀ 27 ਹੈ, ਭਾਵ ਹਰੇਕ ਰਾਸ਼ਟਰ ਦਾ ਇੱਕ ਮੈਂਬਰ ਇਸ ਦੇ ਵਿੱਚ ਸ਼ਾਮਲ ਹੁੰਦਾ ਹੈ। ਤਾਂ ਇਸ ਦਾ ਕਾਰਜਕਾਲ ਹੈ ਜਿਹੜਾ, ਤਾਂ ਮੈਂਬਰ ਜਿਹੜੇ ਉਹ ਆਪਣੇ ਵਿੱਚੋਂ ਹੀ ਪ੍ਰਧਾਨ ਦੀ ਨਿਯੁਕਤੀ ਕਰਦੇ ਨੇ, ਪਰ ਅਜਿਹਾ ਕਰਨ ਤੋਂ ਪਹਿਲਾਂ ਉਹ ਯੂਰਪੀ ਸੰਸਦ ਦੇ ਮੈਂਬਰਾਂ ਨਾਲ ਜਿਹੜੀ ਸਲਾਹ ਹੈ ਉਹ ਜ਼ਰੂਰ ਕਰਦੇ ਨੇ। ਤਾਂ ਇਸ ਦੇ ਜਿਹੜੇ ਕੰਮ ਨੇ ਉਹ ਨੇ, ਯੂਰਪੀਅਨ ਆਯੋਗ ਨੂੰ ਸੰਘ ਦੀਆਂ ਸੰਧੀਆਂ ਦਾ ਰੱਖਿਅਕ ਮੰਨਿਆ ਜਾਂਦਾ ਹੈ। ਆਯੋਗ ਨਿਸ਼ਚਿਤ ਕਰ ਸੰਧੀਆਂ ਦੀ ਵਿਵਸਥਾ ਨੂੰ ਉਹਨਾਂ ਦਾ ਅਰਥ ਫੈਸਲੇ ਲਾਗੂ ਕਰਨਾ, ਅਤੇ ਆਯੋਗ ਦੇ ਮੈਂਬਰ ਸਮੂਹਿਕ ਰੂਪ ਨਾਲ ਯੂਰਪ ਦੇ ਹਿੱਤਾਂ ਦੀ ਹੀ ਰੱਖਿਆ ਕਰਦੇ ਨੇਗੇ। ਅਤੇ ਆਯੋਗ ਕਿਸੇ ਵੀ ਮੈਂਬਰ ਰਾਸ਼ਟਰ ਵਿਰੁੱਧ ਕਾਰਵਾਈ ਆਰੰਭ ਕਰ ਸਕਦੇ। ਨਵੇਂ ਬਿੱਲ ਪੇਸ਼ ਕਰਨ ਦੀ ਜ਼ਿੰਮੇਵਾਰੀ ਵੀ ਆਯੋਗ ਦੀ ਹੁੰਦੀ ਆ। ਅਤੇ ਆਯੋਗ ਹੈ ਜੋ ਉਸਦੇ ਕੋਲ ਰਸਮੀ ਤੌਰ 'ਤੇ ਨਿੱਜੀ ਸ਼ਕਤੀਆਂ ਦੀ ਘਾਟ ਹੈ, ਉਹ ਕੇਵਲ ਦਿਨ ਪ੍ਰਤੀ ਦਿਨ ਦੇ ਕੰਮਾਂ ਵਿੱਚ ਸੁਤੰਤਰ ਹੈ। ਰਸਮੀ ਤੌਰ 'ਤੇ ਆਯੋਗ ਮੰਤਰੀ ਪ੍ਰੀਸ਼ਦ ਦੇ ਪ੍ਰਤੀ ਜ਼ਿੰਮੇਵਾਰੀ ਹੁੰਦੀ ਹੈ, ਉਸ ਦੇ ਨਾਂ 'ਤੇ ਨੀਤੀਆਂ ਨੂੰ ਹੀ ਲਾਗੂ ਕਰਦਾ ਹੈ। ਮੰਤਰੀ ਪ੍ਰੀਸ਼ਦ ਯੂਰਪੀ ਪ੍ਰੀਸ਼ਦ ਤੋਂ ਵੱਖਰੀ ਜਿਹੜੀ ਇੱਕ ਸੰਸਥਾ ਹੈ। ਤਾਂ ਉਸ ਤੋਂ ਅੱਗੇ ਆਪਾਂ ਕਰਨਾ ਹੈਗਾ ਅਦਾਲਤਾਂ। ਤਾਂ ਸੰਘ ਦੀਆਂ ਇਹ ਜਿਹੜੀਆਂ ਕੋਰਟਸ ਨੇ ਇਹਨਾਂ ਦਾ ਮੁੱਖ ਕੰਮ ਕੀ ਹੈ? ਨਿਆਇਕ ਕੰਮ ਕਰਨੇ। ਤਾਂ ਇਸ ਤਰ੍ਹਾਂ ਨਿਆਂ ਦੀ ਅਦਾਲਤ ਅਤੇ ਪਹਿਲੇ ਉਪਾਅ ਦੀ ਅਦਾਲਤ, ਦੋਹਾਂ ਅਦਾਲਤਾਂ ਦੇ ਜੱਜਾਂ ਦੀ ਸੰਖਿਆ 15-15 ਹੁੰਦੀ ਹੈ। ਤਾਂ ਇਹਨਾਂ ਦੋਵੇਂ ਅਦਾਲਤਾਂ ਇਹ ਲਕਸ਼ਮ ਵਰਗ ਵਿੱਚ ਨੇ। ਅਦਾਲਤਾਂ ਦੇ ਜੱਜਾਂ ਦਾ ਜਿਹੜਾ ਕਾਰਜਕਾਲ ਹੈ ਉਹ 6 ਸਾਲਾਂ ਦਾ ਹੁੰਦਾ ਹੈ। ਤਾਂ ਇਸ ਦੇ ਜਿਹੜੇ ਇਹਨਾਂ ਅਦਾਲਤਾਂ ਦੇ ਕੰਮ ਨੇ, ਅਦਾਲਤ ਨਿਸ਼ਚਿਤ ਕਰਦੀ ਕਿ ਯੂਰਪੀ ਸੰਧੀਆਂ ਦੀ ਉਚਿਤ ਵਿਵਸਥਾ ਕਿਸ ਤਰ੍ਹਾਂ ਕਰਨੀ ਹੈ, ਕਾਨੂੰਨ ਬਣਾਈ ਰੱਖਦੀ ਹੈ। ਸੰਧੀਆਂ ਦੀ ਉਲੰਘਣਾ ਕਰਨ 'ਤੇ ਕਿਸੇ ਵੀ ਰਾਸ਼ਟਰ ਨੂੰ ਸਜ਼ਾ ਵਗੈਰਾ ਦਿੱਤੀ ਜਾਂਦੀ ਹੈ। ਇਹ ਸੰਘ ਦੇ ਕਾਨੂੰਨਾਂ ਦੀ ਵੈਧਤਾ ਦੀ ਵਿਆਖਿਆ ਦੇ ਸੰਬੰਧ ਵਿੱਚ ਮੈਂਬਰ ਦੇਸ਼ਾਂ ਦੀਆਂ ਅਦਾਲਤਾਂ ਦੁਆਰਾ ਪੇਸ਼ ਬੇਨਤੀ 'ਤੇ ਫੈਸਲੇ ਹੁੰਦੇ। ਇਸ ਤਰ੍ਹਾਂ ਜਿਹੜੀ ਇਹ ਨਿਆਂ ਦੀ ਅਦਾਲਤ ਹੈ ਇਹ ਨਿਆਇਕ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰਦੀ ਹੈ ਅਤੇ ਉਹਨਾਂ ਮਾਮਲਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੀ ਹੈ। ਤਾਂ ਨੈਕਸਟ ਹੈ ਲੇਖਾਕਾਰਾਂ ਦੀ ਅਦਾਲਤ। ਤਾਂ ਇਹ ਪੰਜਵੀਂ ਜਿਹੜੀ ਮੁੱਖ ਸੰਸਥਾ ਹੈ। ਇਸ ਦੇ 15 ਮੈਂਬਰ ਨੇ ਅਤੇ ਇਹਨਾਂ ਮੈਂਬਰਾਂ ਦੀ ਨਿਯੁਕਤੀ ਸੰਸਦ ਦੀ ਪੂਰਵ ਆਗਿਆ ਨਾਲ ਪ੍ਰੀਸ਼ਦ ਦੁਆਰਾ ਕੀਤੀ ਜਾਂਦੀ ਹੈ। ਇਸ ਅਦਾਲਤ ਦੇ ਪ੍ਰਧਾਨ ਦੀ ਚੋਣ ਇਸ ਦੇ ਮੈਂਬਰਾਂ ਦੁਆਰਾ ਹੀ ਕੀਤੀ ਜਾਂਦੀ ਹੈ। ਇਸ ਅਦਾਲਤ ਦੇ ਕੋਲ ਕੋਈ ਵਿਸ਼ੇਸ਼ ਅਧਿਕਾਰ ਨਹੀਂ ਹੁੰਦੇ। ਇਹ ਸੰਘ ਦੇ ਲੇਖਾਕਾਰਾਂ ਦੀ ਸੰਖਿਆ ਹੈ। ਇਸ ਦੇ ਕੋਲ ਜਿਹੜੇ ਮੁੱਖ ਨੇ ਉਹ 2 ਕੰਮ ਨੇ। ਇਹ ਅਦਾਲਤ ਦਾ ਕੰਮ ਸੰਘ ਜਿਹੜੀ ਧਨ ਰਾਸ਼ੀ ਇਕੱਠੀ ਕਰਦਾ ਹੈ ਉਸ ਦਾ ਜਿਸ ਪ੍ਰਕਾਰ ਖਰਚ ਕੀਤਾ ਜਾਂਦਾ ਉਹ ਕਾਨੂੰਨ ਦੇ ਅਨੁਸਾਰ ਹੈ ਜਾਂ ਨਹੀਂ। ਤਾਂ ਇਹ ਵੀ ਨਹੀਂ ਸੀ ਕਿ ਸੰਘ ਦਾ ਵਿੱਤੀ ਪ੍ਰਬੰਧ ਠੀਕ ਚੱਲ, ਭਾਵ ਕਿ ਜਿਹੜਾ ਵਿੱਤ ਨਾਲ ਸੰਬੰਧਿਤ ਮਸਲਾ ਉਸ ਦੀ ਜਿਹੜੀ ਨਿਗਰਾਨੀ ਕਰਨੀ ਇਸ ਦਾ ਮੁੱਖ ਕੰਮ ਹੈ। ਤਾਂ ਨੈਕਸਟ ਹੈ ਕਰਮਚਾਰੀ, ਸਟਾਫ ਐਂਡ ਆਫਿਸਰਸ। ਤਾਂ ਇਸ ਦੇ 500 ਜਿਹੜੇ ਸਥਾਈ ਅਧਿਕਾਰੀ ਜਾਂ ਲੋਕ ਸੇਵਕ ਨੇ, ਅਤੇ ਇਹ ਜਿਹੜੇ ਹੈਗੇ ਨੇ ਲੋਕ ਸੇਵਕ ਉਹ ਇਸ ਯੂਰਪੀ ਜਿਹੜੀ ਆਯੋਗ ਹੈ ਇਸ ਦੇ ਵਿੱਚ ਕੰਮ ਕਰਦੇ ਨੇ। ਬਹੁਤੇ ਯੂਰਪੀਅਨ ਕੋਲਾ ਇਸਪਾਤ ਦੇ ਮਾਹਰ ਹੁੰਦੇ ਨੇ, ਪਰੰਤੂ ਕੁਝ ਖੇਤੀ ਅਤੇ ਵਿੱਤੀ ਮਾਮਲਿਆਂ ਦੇ। ਯੂਰਪੀਅਨ ਸੰਘ ਦਾ ਨਵਾਂ ਪ੍ਰਸਤਾਵਿਤ ਸੰਵਿਧਾਨ 2005 ਦੇ ਵਿੱਚ ਰੱਦ। ਤਾਂ ਯੂਰਪੀਅਨ ਸੰਘ 2001 ਤੱਕ ਮੈਂਬਰ ਰਾਸ਼ਟਰਾਂ ਵਿਚਾਲੇ ਹੋਈਆਂ ਵੱਖ-ਵੱਖ ਸਮਝੌਤਿਆਂ 'ਤੇ ਹੀ ਆਧਾਰਿਤ ਹੈ। ਇਸ ਪ੍ਰਕਾਰ ਇਸ ਦੇ ਲਈ ਇੱਕ
355 ਇੱਕ ਪ੍ਰਸਤਾਵ ਹੈ ਜਿਹੜਾ ਉਹ ਸੰਵਿਧਾਨ ਦੀ ਅਗਵਾਈ ਵਿੱਚ ਗਠਿਤ ਇੱਕ ਕਾਰਜ ਸਮਿਤੀ ਦੇ ਵਿੱਚ ਲਿਆ ਗਿਆ, ਜਿਸ ਦੇ ਵਿੱਚ ਕੀ ਹੈ ਕਿ ਇਸ ਦੇ ਜਿਹੜੇ ਸੰਵਿਧਾਨ ਦੀ ਲੋੜ ਨੂੰ ਮਹਿਸੂਸ ਕਰਦੇ ਹੋਏ ਫਰਾਂਸ ਦੇ ਸਾਬਕਾ ਜਿਹੜਾ ਰਾਸ਼ਟਰਪਤੀ ਹੈ ਵਾਲਰੇ ਗਿਸਕਾਰਡ ਦੀ ਸਟੀਅਰਿੰਗ ਦੀ ਅਗਵਾਈ ਦੇ ਵਿੱਚ ਇਹ ਜਿਹੜਾ ਇੱਕ ਸੰਵਿਧਾਨ ਦਾ ਜਿਹੜਾ ਪ੍ਰਸਤਾਵਿਤ ਉਹ ਬਣਾਇਆ ਗਿਆ। ਤਾਂ ਰਿਪੋਰਟ ਮਿਲਣ ਤੋਂ ਮਗਰੋਂ ਯੂਰਪੀ ਸੰਘ ਸਾਰੇ ਨੇਤਾ ਰੋਮ ਵਿੱਚ ਇਕੱਤਰ ਹੋਏ ਅਤੇ ਵਿਚਾਰ ਵਟਾਂਦਰੇ ਮਗਰੋਂ ਇਸ ਨੂੰ ਜਿਹੜਾ ਸੰਵਿਧਾਨ ਨੂੰ ਪ੍ਰਵਾਨ ਕਰ ਲਿਆ ਗਿਆ। ਤਾਂ ਇਹ ਸੰਵਿਧਾਨ 2005 ਤੱਕ 9 ਰਾਸ਼ਟਰਾਂ ਦੁਆਰਾ ਆਪਣੀ ਮਨਜ਼ੂਰੀ ਮਿਲ ਚੁੱਕੀ ਸੀ। ਤਾਂ 29 ਮਈ 2000 ਫਰਾਂਸ ਨੂੰ ਇਸ ਦੀ ਪੁਸ਼ਟੀ ਲਈ ਚੋਣਾਂ ਨੂੰ ਉੱਥੇ ਜਨਤਾ ਦੁਆਰਾ ਅਸਵੀਕਾਰ ਕਰ ਦਿੱਤਾ ਗਿਆ। ਤਾਂ ਇਸ ਤਰ੍ਹਾਂ 1 ਜੂਨ 2005 ਨੀਦਰਲੈਂਡ ਦੀ ਜਨਤਾ ਨੇ ਵੀ ਇਸ ਸੰਵਿਧਾਨ ਦਾ ਵਿਰੋਧ ਕਰਤਾ ਅਤੇ ਇਸ ਦੇ ਕਾਰਨ ਜਿਹੜਾ ਇਹ 2005 ਦੇ ਵਿੱਚ ਜਿਹੜਾ ਸੰਵਿਧਾਨ ਬਣਿਆ ਸੀ ਉਹ ਰੱਦ ਕਰ ਦਿੱਤਾ ਗਿਆ। ਯੂਰਪ ਸੰਘ ਦਾ ਪ੍ਰਧਾਨ, ਤਾਂ ਇਸ ਦੇ ਵਿੱਚ ਕਿ ਇੱਕ ਪ੍ਰਧਾਨ ਦੀ ਵਿਵਸਥਾ ਕੀਤੀ ਜਾਊਗੀ ਪ੍ਰਸਤਾਵਿਤ ਸੰਵਿਧਾਨ ਦੇ ਵਿੱਚ, ਜਿਸ ਦਾ ਕਾਰਜਕਾਲ 2.5 ਸਾਲ ਦਾ ਹੋਊਗਾ ਅਤੇ ਪ੍ਰਧਾਨ ਤੋਂ ਇਲਾਵਾ ਇਸ ਦਾ ਇੱਕ ਵਿਦੇਸ਼ ਮੰਤਰੀ ਵੀ ਹੋਵੇਗਾ। ਨੈਕਸਟ ਹੈ ਕਾਮਨ ਕਰੰਸੀ। ਤਾਂ 1992 ਦੀ ਜਿਹੜੀ ਮਾਸਟ੍ਰਿਖਟ ਸੰਧੀ ਹੋਈ ਸੀ ਉਸ ਦੇ ਵਿੱਚ ਸਾਂਝੀ ਮੁਦਰਾ ਦੀ ਵਿਵਸਥਾ ਕੀਤੀ ਗਈ ਸੀ ਤਾਂ ਕਿ ਜਿਹੜਾ ਆਮਦਨ ਦੇ ਸਾਧਨ ਨੂੰ ਵਧਾਇਆ ਜਾ ਸਕੇ। ਤਾਂ ਇਸ ਤਰ੍ਹਾਂ 1 ਜਨਵਰੀ 1919 ਨੂੰ ਲਾਗੂ ਹੋਣਾ ਸੀ, ਪਰ ਇਹ ਜਨਵਰੀ 2002 ਨੂੰ ਲਾਗੂ ਹੋਈ। ਤਾਂ ਪਰੰਤੂ ਬ੍ਰਿਟੇਨ, ਸਵੀਡਨ, ਡੈਨਮਾਰਕ ਆਪਣੇ ਜਿਹੜੀਆਂ ਰਾਸ਼ਟਰੀ ਮੁਦਰਾਵਾਂ ਨੂੰ ਤਿਆਗ ਨਹੀਂ ਸਕਦਾ ਸੀ। ਤਾਂ ਇਸ ਲਈ ਕੁਝ ਸਮੇਂ ਤੱਕ ਯੂਰੋ ਦੀ ਯੂਰੋ ਅਤੇ ਜਿਹੜੀਆਂ ਸਹਿ ਮੁਦਰਾਵਾਂ ਨੇ ਉਹਨਾਂ ਦੀ ਸਹਿਹੋਂਦ ਰਹੇਗੀ। ਇੱਕ ਸਾਂਝੀ ਮੁਦਰਾ ਚੱਲਣ ਨਾਲ ਨਾ ਕੇਵਲ ਸਾਰੇ ਦੇਸ਼ਾਂ ਨੂੰ ਇੱਕ ਸਾਂਝਾ ਜਿਹੜਾ ਬਾਜ਼ਾਰ ਸੰਭਵ ਬਲਕਿ ਮੁਕਤ ਵਪਾਰ ਵੀ ਉਪਲਬਧ ਹੋ ਸਕੇਗਾ। ਤਾਂ ਇੱਕ ਤਰ੍ਹਾਂ ਦਾ ਜਿਹੜਾ ਆਮਦਨ ਹੈ ਜਿਹੜਾ ਉਸ ਦੇ ਵਿੱਚ ਵਾਧਾ ਹੋ ਸਕੇਗਾ। ਤਾਂ ਇਸ ਦੇ ਸੰਬੰਧੀ ਜਿਹੜੀਆਂ ਕੁਝ ਸੰਸਥਾਵਾਂ ਨੇ ਉਹ ਹੋਂਦ ਦੇ ਵਿੱਚ ਆਈਆਂ। ਯੂਰਪੀ ਨਿਵੇਸ਼ ਬੈਂਕ, ਤਾਂ ਯੂਰਪੀ ਆਰਥਿਕ ਸਮੁਦਾਇ ਸੰਧੀ ਦੁਆਰਾ ਹੀ ਯੂਰਪੀ ਨਿਵੇਸ਼ ਬੈਂਕ ਦੀ ਸਥਾਪਨਾ ਕੀਤੀ ਗਈ ਅਤੇ ਇਸ ਬੈਂਕ ਦਾ ਪ੍ਰਬੰਧਨ ਅਤੇ ਸੰਚਾਲਨ ਇੱਕ ਬੋਰਡ ਆਫ ਗਵਰਨਰ ਦੁਆਰਾ ਕੀਤਾ ਜਾਂਦਾ ਸੀ। ਤਾਂ ਇਸ ਬੋਰਡ ਦੇ ਮੈਂਬਰ ਨੇ ਜਿਹੜੇ ਉਹ ਇਸ ਦੇ ਵਿੱਚ ਕੰਮ ਕਰਦੇ ਸੀ। ਤਾਂ ਇਹਦਾ ਜਿਹੜਾ ਮੁੱਖ ਕੰਮ ਸੀ ਉਹ ਵੱਖ-ਵੱਖ ਦੇਸ਼ ਚਲਾਏ ਜਾਂਦੇ ਵਿਕਾਸਕਾਰੀ ਕੰਮਾਂ ਲਈ ਧਨ ਦੀ ਵਿਵਸਥਾ ਕਰਨਾ ਸੀ। ਨੈਕਸਟ ਹੈ ਯੂਰਪੀਅਨ ਸੰਘ ਦੇ ਲਈ ਧਨ। ਤਾਂ ਇੱਕ ਯੂਰਪੀ ਸੰਘ ਦੇ ਲਈ ਧਨ ਜਾਂ ਵਿੱਤ ਦੀ ਵਿਵਸਥਾ ਕਰਨ ਦਾ ਉੱਤਰ ਇੱਕ ਯੂਰਪੀ ਸੰਸਦ ਦਾ ਮੁੱਖ ਕੰਮ ਸੀ ਕਿ ਉਸ ਯੂਰਪੀਅਨ ਸੰਘ ਦੇ ਲਈ ਪੈਸੇ ਦਾ ਪ੍ਰਬੰਧ ਕਰਨਾ। ਤਾਂ ਇਸ ਤਰ੍ਹਾਂ ਇਸ ਸੰਸਦ ਦੇ ਵਿੱਚ ਜਿਹੜਾ ਬਜਟ ਹੈ ਉਹ ਸੰਸਦ ਦੇ ਵਿੱਚ ਪੇਸ਼ ਕੀਤਾ ਜਾਂਦਾ ਸੀਗਾ। ਤਾਂ ਜਿਸ ਦੇ ਵਿੱਚ ਇਹ ਮਸਲੇ ਨੇ ਜਿਹੜੇ ਉਹ ਸੁਲਝਾਏ ਜਾਂਦੇ ਸੀ। ਨੈਕਸਟ ਸੀਗਾ ਕਾਨੂੰਨ ਨਿਰਮਾਣ ਕਿਰਿਆ। ਤਾਂ ਯੂਰਪੀਅਨ ਸੰਘ ਲਈ ਕਾਨੂੰਨੀ ਨਿਰਮਾਣ ਦਾ ਕੰਮ ਯੂਰਪ ਉਦਯੋਗ ਦੁਆਰਾ ਕੀਤਾ ਜਾਂਦਾ ਸੀ। ਸੰਘ ਦੇ ਲਈ ਨਵੇਂ ਕਾਨੂੰਨ ਬਣਾਉਣੇ, ਉਹਨਾਂ ਕਾਨੂੰਨਾਂ ਨੂੰ ਕਿਵੇਂ ਲਾਗੂ ਕਰਨਾ ਹੈ, ਕਿਹੜੇ ਕਾਨੂੰਨ ਪੇਸ਼ ਕਰਨੇ, ਤਾਂ ਇਸ ਤਰ੍ਹਾਂ ਦਾ ਕੰਮ ਜਿਹੜਾ ਕਾਨੂੰਨ ਨਿਰਮਾਣ ਪ੍ਰਕਿਰਿਆ ਅਧੀਨ ਦਿੱਤਾ ਗਿਆ ਅਤੇ ਸਮੀਆਂ ਦੇ ਦੁਆਰਾ ਪੇਸ਼ ਰਿਪੋਰਟਾਂ ਦੇ ਵਿਚਕਾਰ ਕਰਕੇ ਸੰਸਦੀ ਮੈਂਬਰਾਂ ਦੀ ਰਾਏ ਜਾਣਨ ਲਈ ਪੇਸ਼ ਕਰਦੀ ਹੈ। ਤਾਂ ਇਸ ਤਰ੍ਹਾਂ ਬਹੁਮਤ ਮੈਂਬਰਾਂ ਦੇ ਸਮੇਤ ਕਾਨੂੰਨ ਨੂੰ ਪ੍ਰਵਾਨ ਕਰ ਲਿਆ ਜਾਂਦਾ। ਥੈਂਕ ਯੂ।